ਸਤਨਾਮ ਵਾਹਿਗੁਰੂ ਜੀ। ਮੈਂ ਮੂਰਖ ਕੀ ਕੀਤ ਗਵਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰ ਭਾਸ ਨਾ ਪਰਿਆ ਰੇ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਦੀਨਾ ਬੰਧੂ, ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਵਾਲੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਜੋਤ 10ਵੇਂ ਜਾਮੇ ਵਿੱਚ ਗੁਰਤਾ ਗਤੀ ਜੋਤ ਜੁਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੌਂਪੀ। ਇਸ ਲਈ ਸਾਧ ਸੰਗਤ ਜੀ ਜਗਤ ਗੁਰੂ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਬੈਠੀਏ, ਜਿਸ ਕਰਕੇ ਗੁਰੂ ਉਪਦੇਸ਼ ਦੀ ਸੋਝੀ ਆਵੇ, ਆਤਮਿਕ ਸ਼ਾਂਤੀ ਪ੍ਰਾਪਤ ਹੋਵੇ, ਗੁਰਮਤਿ ਨਾਮ ਦੀ ਸੋਝੀ ਹੋਵੇ। ਹਾਜ਼ਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ। ਗੱਜ ਵੱਜ ਕੇ ਫਤਿਹ ਨੂੰ ਬੁਲੰਦ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਾਫੀ ਸਮੇਂ ਤੋਂ ਗੁਰਬਾਣੀ ਪਰਮਾਰਥਿਕ ਵਿਚਾਰਾਂ ਸਰਵਣ ਕਰ ਰਹੇ ਹੋ। ਜਿਤਨਾ ਕੁ ਸਮਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਨੂੰ ਪ੍ਰਾਪਤ ਹੋਇਆ, ਉਸ ਨੂੰ ਮਨ ਕਰਕੇ ਤਨ ਕਰਕੇ ਸਫਲਾ ਕਰਨਾ ਇਹ ਜੀਵ ਦਾ ਕਰਮ ਹੈ। ਆਪ ਜੀ ਨੇ ਕੱਲ ਰਾਤਰੀ ਵੀ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ। ਆਪ ਜੀ ਨੇ ਅੱਜ ਵੀ ਸਮੇਂ ਵਿੱਚੋਂ ਸਮਾਂ ਕੱਢ ਕੇ ਉਸ ਚੱਲ ਰਹੀ ਲੜੀਵਾਰ ਸਹਿਜ ਪ੍ਰਤੀ ਦੀ ਬਾਣੀ ਜੋ ਕਥਾ
ਆਪ ਸਰਵਣ ਕਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਸਾਡੇ ਭਲੇ ਵਾਸਤੇ, ਸਾਡੇ ਕਲਿਆਣ ਵਾਸਤੇ ਹਰ ਜੀਵਾਂ ਨੂੰ ਬੜੇ ਪਿਆਰ ਦੇ ਨਾਲ, ਬੜੇ ਪ੍ਰੇਮ ਦੇ ਨਾਲ ਸਮਝਾਉਣਾ ਕਰਦੇ ਨੇ ਕਿ ਇਹ ਜੀਵ ਤੂੰ ਨਾਮ ਜਪ, ਸਿਮਰਨ ਕਰ, ਸੇਵਾ ਕਰ। ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਤੂੰ ਆਪਣੇ ਪਰਿਵਾਰ ਨੂੰ ਵੀ ਪਾਲ, ਬੱਚਿਆਂ ਧੀਆਂ ਪੁੱਤਰਾਂ ਦੇ ਨਾਲ ਪ੍ਰੇਮ ਕਰ ਤੇ ਨਾਲ ਬਾਣੀ ਵੀ ਜਪ। ਜਿੰਨਾ ਚਿਰ ਅਸੀਂ ਬਾਣੀ ਪੜ੍ਹਦੇ ਨਹੀਂ ਤੇ ਬਾਣੀ ਨੂੰ ਵਿਚਾਰਦੇ ਨਹੀਂ, ਉਤਨਾ ਚਿਰ ਸਾਧ ਸੰਗਤ ਜੀ ਸਾਨੂੰ ਜਿਹੜਾ ਆਤਮਿਕ ਗਿਆਨ ਹੈ, ਰੱਬੀ ਗਿਆਨ ਹੈ, ਸੱਚ ਦਾ ਗਿਆਨ ਹੈ, ਇਹ ਪ੍ਰਾਪਤ ਨਹੀਂ ਹੁੰਦਾ। ਇਸ ਨੂੰ ਪ੍ਰਾਪਤ ਕਰਨ ਵਾਸਤੇ ਸਵਰਗ ਦੇ ਇੰਦਰ ਜੈਸੇ ਦੇਵਤੇ ਵੀ ਬੇਤਾਬ ਨੇ ਕਿ ਸਾਨੂੰ ਮਨੁੱਖਾ ਸਰੀਰ ਮਿਲ ਜਾਵੇ। ਇਸ ਸਰੀਰ ਵਿੱਚ ਆ ਕਰਕੇ ਅਸੀਂ ਉਸ ਵਾਹਿਗੁਰੂ ਦਾ ਭਜਨ ਕਰੀਏ, ਅਧਿਆਤਮਕ ਰੂਹਾਨੀਅਤ ਸਾਕਾਰਾਤਮਕ ਗਤੀ ਨੂੰ ਅਸੀਂ ਐਕਸੈਪਟ ਕਰੀਏ, ਅਸੀਂ ਫੋਲੋ ਕਰੀਏ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਅਸੀਂ ਕੁਝ ਪ੍ਰਾਪਤ ਕਰ ਸਕੀਏ। ਮਹਾਰਾਜ ਜੀ ਸਾਨੂੰ, ਆਪ ਜੀ ਨੇ ਕੱਲ ਬਚਨ ਸਰਵਣ ਕੀਤਾ ਸੀ ਕਿ ਛੋਟੀ ਜਿਹੀ ਜਿਹੜੀ ਕੀੜੀ ਹੁੰਦੀ ਆ, ਉਹ ਵੱਡੇ ਜਾਨਵਰ ਨੂੰ, ਭਾਵ ਹਾਥੀ ਵਰਗੇ ਨੂੰ, ਇੱਕ ਛੋਟੀ ਜਿਹੀ ਕੀੜੀ ਹਰਾ ਦਿੰਦੀ ਆ, ਭਾਵ ਮਾਰ ਦਿੰਦੀ ਆ। ਉਹਦੇ ਜਿਹੜੇ ਸਵਾਸ ਨੇ ਚੰਗੇ ਬਲ ਵਾਲੇ, ਉਹ ਸਵਾਸ ਜਿਹੜੀ ਕੀੜੀ ਆ ਉਹ ਖਿੱਚ ਲੈਂਦੀ ਆ ਸਾਧ ਸੰਗਤ ਜੀ। ਹੁਣ ਜੇ ਸਤਿਗੁਰਾਂ ਨੂੰ ਪੁੱਛੀਏ ਆਪਾਂ, ਜਦੋਂ ਅਸੀਂ ਬਾਣੀ ਪੜਾਂਗੇ ਸਾਧ ਸੰਗਤ ਜੀ, ਰੋਜ਼ ਸਹਿਜ ਪਾਠ ਘਰਾਂ ਦੇ ਵਿੱਚ ਕਰਾਂਗੇ, ਬਾਣੀ ਨੂੰ ਸਮਝਾਂਗੇ, ਪਰ ਅਸੀਂ ਗੁਰਬਾਣੀ ਨੂੰ ਮੰਨਦੇ ਜ਼ਰੂਰ ਹਾਂ ਪਰ ਗੁਰਬਾਣੀ ਦੀ ਨਹੀਂ ਮੰਨਦੇ। ਹੁਣ ਮਹਾਰਾਜ ਜੀ ਨੂੰ ਬੇਨਤੀ ਕਰੀਏ, ਸਤਿਗੁਰੂ ਜੀ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ? ਸਾਰਾ ਕੁਝ ਤਾਂ ਨਾਸਵੰਤ ਹੈ, ਰਹਿਣਾ ਨਹੀਂ ਕਿਸੇ ਨੇ। ਇਹ ਜਿਹੜਾ ਰਹਿਣ ਵਾਲੀ ਵਸਤੂ ਹੈ ਉਹ ਕੀ ਹੈ? ਵਾਹਿਗੁਰੂ ਸਤਿਗੁਰੂ ਜੀ ਸਾਨੂੰ ਸਮਝਾਓ, ਸਾਨੂੰ ਕੀ ਕਰਨਾ ਚਾਹੀਦਾ ਹੈ? ਹੁਣ ਆਪਾਂ ਗੁਰਬਾਣੀ ਸਰਵਣ ਕਰਨੀ ਹੈ, ਫਿਰ ਆਨੰਦ ਮਾਣਨਾ। ਹਾਂਜੀ, ਉਚਾਰਨ ਕਰੋ। ਸ਼ਬਦੰ ਰਤੰ ਹਿਤੰ ਗਮਇਆ, ਕੀਰਤਨ ਕਲੀ ਕਰਮ ਕਿਰਤਵਾ। ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ, ਅਸੀਂ ਸਾਰੇ ਗਾਇਨ ਕਰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ। ਜਦੋਂ ਗੁਰੂ ਨਾਨਕ ਬਾਬਾ ਜੀ ਦੀ ਫਿਲਾਸਫੀ ਨੂੰ ਅਸੀਂ ਸਮਝਦੇ ਹਾਂ, ਵਿਚਾਰਦੇ ਹਾਂ, ਸੱਚ ਕਰਕੇ ਜਾਣਿਓ ਸਾਧ ਸੰਗਤ ਜੀ, ਗੁਰਬਾਣੀ ਸਾਡੇ ਨਾਲ ਗੱਲਾਂ ਕਰਦੀ ਹੈ। ਫਿਰ ਇੱਕ ਇੱਕ ਸ਼ਬਦ ਸਤਿਗੁਰੂ ਜੀ ਕੁਆਚਨ ਵੀ ਕਰਦੇ ਨੇ ਤੇ ਆਨਸਰ ਵੀ ਦਿੰਦੇ ਨੇ, ਤੇ ਸਿੱਖ ਕੁਆਚਨ ਵੀ ਕਰਦਾ ਤੇ ਗੁਰੂ ਉੱਤਰ ਵੀ ਦਿੰਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਐਸਾ ਪ੍ਰੇਮ ਰੂਪ ਅਵਸਥਾ ਬਣ ਜਾਂਦੀ ਹੈ। ਸ਼ਬਦੰ ਰਤੰ ਹਿਤੰ ਮਿਆ, ਕੀਰਤਨ ਕਲੀ ਕਰਮ ਕਿਰਤਵਾ।
ਜਿਹੜੀ ਕੱਕੇ ਨੂੰ ਸਿਹਾਰੀ ਆ, ਇਹ ਸੰਬੰਧਕ ਪਾਠ ਆ। ਇਹ ਜਿਹੜਾ ਅੱਧਾ ਰਾਰਾ ਪੈਰਾਂ ਦੇ ਵਿੱਚ ਰਾਰੇ ਦਾ ਉਚਾਰਨ ਮਿਲਵਾ ਕਰਨਾ, ਇਕੱਠਾ ਕਰਕੇ ਕਿਰਤਵਾ। ਕਈ ਆਮ ਅਸੀਂ ਸੁਣਦੇ ਆ ਕਿਰਤਵਾ ਬੋਲ ਦਿੰਦੇ ਨੇ, ਕਿਰਤਵਾ। ਮਹਾਰਾਜ ਕਹਿੰਦੇ ਕਿਰਤਵਾ ਦਾ ਜਿਹੜਾ ਅਰਥ ਹੁੰਦਾ ਸਾਧ ਸਮਝੀ, ਉਹ ਹੁੰਦਾ ਕਰਨ। ਇੱਥੇ ਕਰਨ ਦਾ ਅਰਥ ਕਰਨਾ, ਕਰਨ ਸੰਸਕ੍ਰਿਤ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਹੇ ਭਾਈ, ਗੁਰੂ ਉਪਦੇਸ਼ ਦੀ ਕਮਾਈ ਕਰਨ ਵਿੱਚ ਪ੍ਰੀਤੀ ਕਰੋ, ਉਹਦੀ ਅੰਨੀ ਕਮਾਈ ਕਰੋ, ਅੰਨਾ ਸਿਮਰਨ ਕਰੋ, ਉਹਦੇ ਵਿੱਚ ਆਪਣੀ ਜਿਹੜੀ ਪ੍ਰੀਤ ਹੈ ਇੱਕ ਮਿਕ ਕਰਦੇ ਹੋ। ਹਰੇਕ ਜੀਵ ਉੱਪਰ ਮਿਹਰ ਕਰਨ ਵਿੱਚ ਪ੍ਰੇਮ ਕਰੋ। ਤੁਹਾਡੇ ਅੰਦਰ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ, ਈਰਖਾ ਦੁਆਇਤ ਨਹੀਂ ਹੋਣੀ ਚਾਹੀਦੀ। ਕਿਰਪਾਲੂ ਸਰੂਪ ਬ੍ਰਹਮ ਦੇ ਹਿਤੰ ਪ੍ਰੇਮ ਵਿੱਚ ਪ੍ਰੀਤੀ ਕਰੋ। ਸਤਿਗੁਰੂ ਜੀ ਕਹਿੰਦੇ ਕਲਯੁਗ ਦੇ ਵਿੱਚ ਜਿਹੜਾ ਕਰਨਯੋਗ ਪ੍ਰਭੂ ਹੈ, ਸਮਰੱਥ ਵਾਹਿਗੁਰੂ ਹੈ, ਮਾਲਕ ਪਰਮੇਸ਼ਵਰ ਹੈ, ਕੀਰਤਨ ਭਗਤੀ ਨੂੰ ਕਰੋ। ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਪ੍ਰਧਾਨਗੀ ਹੈ ਉਹ ਕੀਰਤਨ ਦੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਪ੍ਰਭੂ ਦੀ ਕੀਰਤਨ ਭਗਤੀ ਅਤੇ ਨਿਸ਼ਕਾਮ ਕਰਮ ਕਰਨੇ ਚਾਹੀਦੇ ਨੇ ਸਾਨੂੰ ਸਾਰਿਆਂ ਨੂੰ। ਪਰ ਅੱਜ ਇੱਕ ਮਾਇਆ ਦਾ ਮਨੋਰਥ ਹੋ ਗਿਆ, ਜੀਵਨ ਨਹੀਂ ਕੁਛ ਹੈ। ਦੇਖੋ, ਜਿਹਦਾ ਜੀਵਨ ਬਣ ਜਾਂਦਾ ਉਹ ਤਾਂ ਉਸ ਬਾਣੀ ਦੇ ਵਿੱਚ ਰੰਗਿਆ ਜਾਂਦਾ, ਕੀਰਤਨ ਭਗਤੀ ਦੇ ਵਿੱਚ ਰੰਗਿਆ ਜਾਂਦਾ। ਇਸ ਨਾਲ ਕ੍ਰਿਤ ਭਾਵ ਮੁਕਤ ਨਿਹਾਲ ਹੋ ਜਾਈਦਾ। ਜਦੋਂ ਅਸੀਂ ਨਾਮ ਜਪਾਂਗੇ, ਨਿਸ਼ਕਾਮ ਕੀਰਤਨ ਕਰਾਂਗੇ, ਨਿਸ਼ਕਾਮ ਭਜਨ ਕਰਾਂਗੇ, ਕੀਰਤਨ ਕਲੀ ਕਰਮ ਕਰਤਵਾ। ਜਦੋਂ ਬੰਦਾ ਇਹ ਨਿਸ਼ਕਾਮ ਸੇਵਾਵਾਂ ਕਰਦਾ, ਨਿਰਿਛਕ ਹੋ ਕੇ ਭਜਨ ਕਰਦਾ, ਨਿਰਿਛਕ ਹੋ ਕੇ ਬਾਣੀ ਪੜ੍ਹਦਾ, ਕਹਿੰਦੇ ਘਰਾਂ ਦੇ ਵਿੱਚ ਪੋਥੀਆਂ ਰੱਖੋ। ਪੋਥੀ ਪਰਮੇਸ਼ਰ ਦਾ ਥਾਨ। ਆਪ ਜੀ ਨੂੰ ਵੀ ਸਭ ਸੰਗਤ ਨੂੰ ਬੇਨਤੀ ਹੈ ਕਿ ਭਾਈ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਕਰੋ। ਭਾਵੇਂ ਮਹੀਨੇ ਵਿੱਚ ਕਰੋ, 2 ਮਹੀਨੇ ਵਿੱਚ ਕਰੋ, 4 ਮਹੀਨੇ ਵਿੱਚ ਕਰੋ, ਤਾਂ ਜਿੰਨਾ ਤੁਸੀਂ ਬਾਣੀ ਜਪ ਸਕਦੇ ਹੋ ਓਨੀ ਤੁਸੀਂ ਬਾਣੀ ਜਪੋ। ਤੇ ਗੁਰਬਾਣੀ ਤੁਹਾਡੇ ਨਾਲ ਫਿਰ ਗੱਲਾਂ ਕਰਦੀ ਹੈ, ਪ੍ਰੇਮ ਕਰਦੀ ਹੈ। ਪ੍ਰੇਮ ਦੇ ਨਾਲੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਮਹਾਰਾਜ ਕਹਿੰਦੇ ਫਿਰ ਆਪਣੇ ਆਪ ਨਿਹਾਲ ਅਵਸਥਾ ਹੋ ਜਾਂਦੀ ਹੈ। ਅਵਸਥਾ ਉਹ ਬਾਣੀ ਦੇ ਰਾਹੀਂ, ਪ੍ਰੇਮ ਰੂਪੀ ਬਾਣੀ ਦੇ ਰਾਹੀਂ ਉਹ ਰੰਗਿਆ ਜਾਂਦਾ ਹੈ। ਮਿਟੰਤ ਤਤਰਾਗਤ ਪਰਮ ਮੋਹੰ, ਭਗਵਾਨ ਰਮਣੰ ਸਰਵਤਰ ਥਾਨਯੰ। ਮਿਟੰਤ ਤਤਰਾਗਤ, ਤਤਰਾਗਤ ਨਹੀਂ ਕਹਿਣਾ ਇੱਥੇ, ਸੰਬੰਧਕ ਪਾਠ। ਤਤਰਾਗਤ, ਤਤਰਾਗਤ ਸਰਵਤਰ, ਉੱਤੇ ਥੋੜੀ ਅਧਿਕ ਦੀ ਜ਼ੋਰ ਦੇ ਕੇ ਆਵਾਜ਼ ਦੇ ਕੇ ਬੋਲਣਾ। ਥਾਨਯੰ, ਥੱਥੇ ਨੂੰ ਕੰਨਾ, ਨੰਨੇ ਨੂੰ ਸਿਹਾਰੀ, ਪੈਰ ਦੇ ਵਿੱਚ ਜਈਆ ਤੇ ਉੱਤੇ ਟਿੱਪੀ। ਇਹਦਾ ਉਚਾਰਨ ਕਰਨਾ, ਐੜੇ ਨੂੰ ਟਿੱਪੀ ਲਾ ਕੇ ਤੇ ਥੱਥੇ ਦੇ ਉੱਤੇ ਥੋੜੀ ਅਧਿਕ ਦਾ ਵਜਨ ਜ਼ੋਰ ਦੇ ਕੇ ਬੋਲਣਾਗਾ। ਥਾਨਯੰ। ਸਤਿਗੁਰੂ ਮਹਾਰਾਜ ਕਹਿੰਦੇ ਜਿਸਨੇ ਇਹ ਜਿਹੜੇ ਕਰਮ ਕੀਤੇ ਨੇ ਉਸੇ ਤਾਂ ਹੀ ਆ ਕੇ ਪ੍ਰਾਪਤ ਹੋਣ ਵਾਲੇ ਜਿਹੜੇ ਭਰਮ ਨੇ, ਮੋਹ ਨੇ, ਸਾਰੇ ਦੇ ਸਾਰੇ ਖਤਮ ਹੋ ਜਾਂਦੇ ਨੇ, ਮਿਟ ਜਾਂਦੇ ਨੇ। ਮਹਾਰਾਜ ਕਹਿੰਦੇ ਜਿਹਨੇ ਇਹ ਕਰਮ ਕੀਤੇ ਨੇ ਉਹਦੇ ਅੰਦਰ ਮੋਹ ਨਹੀਂ ਰਹਿੰਦਾ, ਉਹਦੇ ਅੰਦਰ ਭਰਮ ਨਹੀਂ ਰਹਿੰਦਾ। ਜਿਸ ਇਨਸਾਨ ਦੇ ਇਹ ਕਰਮ ਕੀਤੇ ਨੇ, ਨਿਰੀਛਤ ਬਾਣੀ ਪੜ੍ਹੀ ਹੈ, ਉਹਦਾ ਆਉਣਾ ਤੇ ਜਾਣਾ, ਭਾਵ ਜੰਮਣਾ ਤੇ ਮਰਨਾ,
ਪੰਜ ਪ੍ਰਕਾਰ ਦਾ ਇੱਕ ਭਰਮ ਮੰਨਿਆ ਵਿਦਵਾਨਾਂ ਨੇ। ਮੈਂ ਸੰਖੇਪ ਦੇ ਵਿੱਚ ਰਹਿਣਾ। ਪਦਾਰਥਾਂ ਅਤੇ ਸੰਬੰਧੀਆਂ ਆਦਿ ਦਾ ਜਿਹੜਾ ਮੋਹ ਮਿਟ ਜਾਂਦਾ ਸਾਧ ਸੰਗਤ ਜੀ, ਉਹ ਸਾਰੇ ਥਾਵਾਂ 'ਚ ਪ੍ਰਮਾਤਮਾ ਨੂੰ ਰਮਿਆ ਵਿਆਪਕ ਹੋਇਆ ਜਾਣ ਲੈਂਦਾ ਕਿ ਪੱਤੇ ਵਿੱਚ ਵੀ ਉਹੀ ਹੈ, ਕੁੱਤਿਆਂ ਬਿੱਲਿਆਂ ਬਘਿਆੜਾਂ ਕਬੂਤਰਾਂ ਚਿੜੀਆਂ ਬੰਦਿਆਂ ਦੇ ਵਿੱਚ ਵੀ ਉਹੀ ਹੈ। ਉਹ ਜਾਣ ਲੈਂਦਾ ਕਿਉਂਕਿ ਉਹਨੇ ਬਾਣੀ ਨੂੰ ਸਮਝ ਲਿਆ, ਬਾਬੇ ਨਾਨਕ ਦੀ ਫਿਲਾਸਫੀ ਨੂੰ ਸਮਝ ਲਿਆ। ਉਹਨੂੰ ਕੋਈ ਉੱਚ ਨੀਚ ਨਹੀਂ ਰਹਿੰਦੀ, ਉਹਨੂੰ ਇਹ ਨਹੀਂ ਰਹਿੰਦਾ ਕਿ ਮੈਂ ਜੱਟ ਹਾਂ, ਫਲਾਨੀ ਜਾਤ ਦਾ ਫਲਾਨੀ ਜਾਤ ਦਾ ਕੋਈ ਦਲਿਤ ਜਾਤ ਦੇ ਨਾਲ ਸੰਬੰਧ ਰੱਖਦਾ। ਉਹਦੇ ਅੰਦਰੋਂ ਜਿੰਨਾ ਵੀ ਭਰਮ ਹੈ ਉਹ ਸਾਰਾ ਹੀ ਖਤਮ ਹੋ ਜਾਂਦਾ। ਉਹਦੇ ਅੰਦਰ ਤੇ ਦੂਸਰੇ ਦੇ ਅੰਦਰ ਪ੍ਰੀਤੀ ਪ੍ਰਮਾਤਮਾ ਦੀ ਦਿਖਦੀ ਹੈ ਕਿ ਸਾਰੇ ਖੁਦਾ ਪ੍ਰਮਾਤਮਾ ਦੇ ਬੰਦੇ ਨੇ। ਅੱਬਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਭਲੇ ਕੋਈ ਮਾੜਾ, ਸਾਰੇ ਇੱਕ ਨੇ, ਕੋਈ ਚੰਗਾ, ਸਾਰੇ ਇੱਕ ਦ੍ਰਿਸ਼ਟੀ ਸਮਾਨ ਨੇ। ਮਹਾਰਾਜ ਅੱਗੇ ਫੇਰ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ। ਦ੍ਰਿਸ਼ਟ ਤੁਯੰਗ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ। ਫਿਰ ਤੁਹਾਡੇ ਉੱਪਰ ਉਸ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਮਿਹਰਬਾਨੀ ਦ੍ਰਿਸ਼ਟੀ ਹੋਣੀ ਆ, ਉਸ ਦਾ ਸਫਲ ਦੀਦਾਰ ਪ੍ਰਾਪਤ ਹੋਣਾ। ਸਾਧ ਸੰਗਤ ਜੀ, ਉਸ ਪ੍ਰਮਾਤਮਾ ਸ੍ਰੇਸ਼ਟ ਗੁਰਮੁਖਾਂ ਦੀ ਜੀਭਾ ਦੇ ਵਿੱਚ ਆਪ ਵਾਹਿਗੁਰੂ ਵਸਦਾ, ਜਿਹੜੇ ਭਜਨ ਕਰਦੇ ਨੇ। ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ। ਸਾਧੂਆਂ ਦੀ ਰਸਨਾ ਉੱਤੇ ਵਸਦਾ, ਗੁਰਮੁਖਾਂ ਦੀ ਰਸਨਾ ਉੱਤੇ ਵਸਦਾ, ਮਹਾਂਪੁਰਖਾਂ ਦੀ ਰਸਨਾ ਦੇ ਉੱਤੇ ਵਸਦਾ। ਜਿਹੜੇ ਗਿਆਨੀ ਜਨ ਨੇ, ਜਿਹੜੇ ਪਰਮੇਸ਼ਰ ਨੂੰ ਸਮਝਦੇ ਨੇ, ਪਰਮੇਸ਼ਰ ਦੀ ਬਾਣੀ ਜਪਦੇ ਨੇ, ਉਹਨਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਆਪ ਵਸਦਾ ਹੈ। ਹਰ 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 ਹਰੇ ਨਾਨਕ ਪ੍ਰਿਅੰਗ ਜਾਪ ਜਪਨਾ। ਪ੍ਰਿਅੰਗ ਜਾਪ ਜਪਨਾ। ਹਰ 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 ਹਰੇ, ਇੱਥੇ ਵਿਸਰਾਮ ਲਾਉਣਾ ਹਰੇ ਤੇ। ਜੋ ਹਰੇਕ ਨੂੰ ਹਰੇ ਪਰੇ ਕਰਨ ਵਾਲਾ ਵਾਹਿਗੁਰੂ, ਸਭ ਦੇ ਪਾਪਾਂ ਦਾ ਹਾਰ ਮਾਲਕ ਪਰਮੇਸ਼ਵਰ ਹੈ। ਸਤਿਗੁਰੂ ਜੀ ਕਥਨ ਕਰਦੇ ਨੇ, ਕਹਿੰਦੇ ਉਸ ਪਿਆਰੇ ਦਾ ਜਾਪ ਜਪਣਾ ਕਰੋ। ਜਿਨ੍ਹਾਂ ਨੇ ਜਪਿਆ ਹੈ ਉਹਨਾਂ ਸਾਧਾਂ ਦੀ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ, ਸਿੱਖਾਂ ਦੀ ਰਸਨਾ ਦੇ ਉੱਪਰ ਹਰੀ ਦਾ ਵਾਸਾ ਹੈ ਤੇ ਆਪ ਹਰੀ ਵਸਿਆ ਹੋਇਆ ਹੈ। ਉਹਨਾਂ ਨੂੰ ਸਫਲ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ। ਇੱਕ ਮਿਕ ਹੋਏ ਹੋਏ ਨੇ ਜਿਨ੍ਹਾਂ ਨੇ ਉਸ ਰਸਨਾ ਦੇ ਉੱਤੇ ਵਾਹਿਗੁਰੂ ਜਪੋ। ਸੰਗਤ ਜੀ, ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਗੁਰਮੁਖਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਵਸਿਆ ਹੋਇਆ, ਉਹ ਇੱਕ ਮਿਕ ਹੋਏ ਹੋਏ ਨੇ। ਉਹਨਾਂ ਦੇ ਦਰਸ਼ਨ ਧਨ ਨੇ। ਐਸੇ ਸਿੱਖਾਂ ਦੀ ਕੁਰਬਾਨੀ, ਐਸੇ ਸਿੱਖਾਂ ਦੀ ਸਰਧਾ ਬੇਅੰਤ ਹੈ। ਸਾਧ ਸੰਗਤ ਜੀ, ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਸਸਿਯ ਨਖਯਤ੍ਰ ਗਗਨੰ। ਮਹਾਰਾਜ ਕਹਿੰਦੇ, ਹੇ ਭਾਈ, ਹੇ ਸਿੱਖਾ, ਸੁੰਦਰ ਸਰੂਪ ਵੀ ਘਟਦਾ ਜਾ ਰਿਹਾ ਹੈ। ਚੰਦ, ਅੱਖਾਂ, ਸੂਰਜ, ਦੀਪ, ਪ੍ਰਕਾਸ਼, ਸਾਰਾ ਕੁਝ ਆਕਾਰ ਵੀ ਘਟਦਾ ਜਾ ਰਿਹਾ ਹੈ। ਸੱਤ ਦੀਪ ਵੀ ਘਟ ਜਾਣ ਵਾਲੇ ਨੇ। ਸੂਰਜ, ਚੰਦਰਮਾ ਇਹ ਵੀ ਘਟਣ ਵਾਲੇ ਨੇ, ਇਹ ਵੀ ਘਟਦੇ ਜਾ ਰਹੇ ਨੇ। ਆਕਾਸ਼ ਵੀ ਘਟਣ ਜਾਣ ਵਾਲੇ ਨੇ, ਇਹਨਾਂ ਨੇ ਵੀ ਘਟ ਜਾਣਾ। ਘਟੰਤ ਰਬ ਸਸਿਯਰ ਨਖਤਰ ਨਖਤਰ ਮਾਰ ਗਗਨੰ। ਮਹਾਰਾਜ ਕਹਿੰਦੇ ਇਹਨਾਂ ਨੇ ਘਟ ਜਾਣਾ ਹੈ। ਸਾਧ ਸੰਗਤ ਜੀ,
ਇੱਕ ਇੱਕ ਮੈਂ ਇੱਕ ਵਚਨ ਦੇ ਵਿੱਚ ਬੋਲਿਆ ਨਖੱਤਰ ਨਖੱਤਿਅਰ, ਬਹੁਤ ਡੂੰਘੇ ਸ਼ਬਦ ਨੇ। ਨਖੱਤਿਅਰ ਤੀਜਾ ਸ਼ਬਦ, ਇਹਦਾ ਅਰਥ ਹੁੰਦਾ ਤਾਰੇ। ਹਜ਼ਾਰਾਂ ਦੀ ਗਿਣਤੀ ਚ ਤਾਰੇ ਬਹੁਵਚਨ ਮਹਾਰਾਜ ਨੇ ਉਚਾਰਨ ਕੀਤਾ। ਨਖੇਅਤਰ ਨਖੇਅਤਰ ਤਾਰੇ, ਅਸਮਾਨ ਦੇ ਜਿੰਨੇ ਵੀ ਕਰੋੜਾਂ ਹਜ਼ਾਰਾਂ ਤਾਰੇ ਨੇ, ਇਹਨਾਂ ਨੇ ਵੀ ਘਟਦੇ ਰਹਿਣਾ। ਅੱਜ ਸਾਇੰਸ ਵੀ ਮੰਨਦੀ ਹੈ, ਅੱਜ ਸਾਇੰਸ ਵੀ ਮੰਨਦੀ ਹੈ ਕਿ ਤਾਰੇ ਦਿਨੋਂ ਦਿਨ ਘਟਦੇ ਜਾਂਦੇ ਨੇ। ਸੂਰਜ ਘਟਦਾ ਜਾਂਦਾ, ਸੂਰਜ ਦਾ ਪ੍ਰਕਾਸ਼ ਘਟਦਾ ਜਾਂਦਾ, ਆਕਾਰ ਘਟਦਾ ਜਾਂਦਾ, ਚੰਦਰਮਾ ਦਾ ਆਕਾਰ ਘਟਦਾ ਜਾਂਦਾ, ਸੱਤ ਦੀਪ ਵੀ ਘਟਦੇ ਜਾਂਦੇ ਨੇ। ਮਹਾਰਾਜ ਕਹਿੰਦੇ ਇੱਥੇ ਕਿਸੇ ਨੇ ਸਥਿਰ ਨਹੀਂ ਰਹਿਣਾ, ਸਾਰਿਆਂ ਨੇ ਘਟ ਜਾਣਾ ਹੈ। ਘਟੰਤ ਵਸੁਦਾ ਗਿਰ ਤਰਸ ਖੰਡੰ, ਘਟੰਤ ਲਲਨਾ ਸੁਤ ਭਰਾਤ ਹੀਤੰ। ਧਰਤੀ ਵੀ ਘਟਦੀ ਜਾ ਰਹੀ ਹੈ, ਪਹਾੜ ਬ੍ਰਿਸ਼ ਤਿੰਨ ਲੋਕ ਨੌ ਖੰਡ ਵੀ ਘਟ ਜਾਣ ਵਾਲੇ ਨੇ। ਸਾਧ ਸੰਗਤ ਜੀ, ਇਸਤਰੀ ਦਾ ਮੋਹ ਵੀ ਪਤੀ ਨਾਲੋਂ ਘਟਦਾ ਜਾ ਰਿਹਾ। ਰੋਜ਼ ਦੇਖਦੇ ਹਾਂ, ਦੇਖੋ ਕੋਰਟ ਕਚਹਿਰੀਆਂ ਦੇ ਵਿੱਚ ਕੀ ਕਸਰੋਲੇ ਰੱਪੇ ਪੈ ਰਹੇ ਨੇ। ਪੁੱਤਰ ਭਰਾ ਹਿੱਤ ਕਰਨ ਵਾਲੇ ਸੰਬੰਧੀਆਂ ਦਾ ਪ੍ਰੇਮ ਵੀ ਘਟਦਾ ਜਾ ਰਿਹਾ ਤੇ ਘਟ ਜਾਣ ਵਾਲਾ ਹੈ। ਸਾਧ ਸੰਗਤ ਜੀ, ਇਹਨਾਂ ਨੇ ਵੀ ਇਕੱਠੇ ਨਹੀਂ ਰਹਿਣਾ। ਸੇ ਖੰਡੰ ਦਾ ਉਚਾਰਨ ਇਕੱਠਾ ਨਹੀਂ ਕਰਨਾ। ਸਾਧ ਸੰਗਤ ਜੀ, ਵਿਸਰਾਮ ਦੇ ਕੇ ਹੀ ਕਰਨਾ। ਘਟੰਤ ਵਸੁਦਾ ਗਿਰ ਤਰ ਸੇ ਖੰਡੰ, ਕਈ ਇਕੱਠਾ ਪਾਠ ਕਰ ਦਿੰਦੇ ਨੇ, ਇਕੱਠਾ ਨਹੀਂ ਕਰਨਾ ਪਾਠ। ਸੇ ਖੰਡੰ, ਸੋ ਮਹਾਰਾਜ ਕਹਿੰਦੇ ਸਾਰਾ ਕੁਝ ਹੀ ਘਟਣ ਜਾਣ ਵਾਲਾ ਹੈ, ਇਹ ਸਾਰਾ ਨਾਸਵੰਤ ਹੈ। ਕਨਕ ਮਾਨਕ ਮਾਇਆ ਸਭ ਰੂਪੰ, ਨਹਿ ਘਟੰਤ ਕੇਵਲ ਗੋਪਾਲ ਚੁਤ। ਮਹਾਰਾਜ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ, ਤੁਸੀਂ ਸਮਝੋ, ਜਿੰਨਾ ਚਿਰ ਤੁਸੀਂ ਸਮਝੋਗੇ ਉਹਨਾਂ ਚਿਰ ਤੁਹਾਨੂੰ ਆਤਮ ਗਿਆਨ ਪ੍ਰਾਪਤ ਹੋਵੇਗਾ। ਮਹਾਰਾਜ ਨੇ ਬਹੁਤ ਬਾਣੀ ਦੇ ਵਿੱਚ ਸਮਝਾਉਣਾ ਕੀਤਾ, ਕਹਿੰਦੇ ਸਾਰਾ ਕੁਝ ਘਟ ਜਾਣਾ। ਸੋਨਾ ਤੇ ਲਾਲ ਰਤਨ ਵੀ ਘਟਣ ਵਾਲੇ ਨੇ, ਮਾਇਆ ਦਾ ਸੋਗ ਵੀ, ਰਜੋ ਤਮੋ ਸਤੋ ਜਿਹੜੇ ਗੁਣ ਨੇ, ਜੜ ਜਿਹੜੀ ਚੇਤਨ ਮਾਇਆ ਦੀ ਉਹ ਵੀ ਘਟਦੀ ਜਾ ਰਹੀ ਹੈ। ਚੇਤਨ ਮਾਇਆ ਵੀ ਘਟਣੀ ਹੈ, ਘਟ ਜਾਣ ਵਾਲੀ ਹੈ। ਸਾਧ ਸੰਗਤ ਜੀ, ਇੱਥੇ ਕਿਸੇ ਨੇ ਨਹੀਂ ਰਹਿਣਾ। ਘਟਾਂਤ ਕਾਨਿਕ ਮਾਨਿਕ ਮਾਇਆ ਸੋ ਹੈ ਰੂਪੰ, ਸੱਸੇ ਦੇ ਪੈਰ ਚ ਇੱਥੇ ਵਾਵਾ ਹੈ। ਕਈ ਨੂੰ ਸਭ ਰੂਪੰ ਬੋਲਦੇ ਨੇ, ਪਰ ਸੋ ਹੈ ਰੂਪੰ ਉਚਾਰਨਾ ਇਹਨੂੰ। ਸਾਧ ਸੰਗਤ ਜੀ, ਹੁਣ ਇੱਥੇ ਇੱਕ ਵਚਨ ਮਨ ਦੇ ਵਿੱਚ ਸਿੱਖਾਂ ਦੇ ਆਇਆ ਹੋਣਾ। ਮਹਾਰਾਜ ਨੂੰ ਜੇ ਆਪਾਂ ਪੁੱਛੀਏ ਨਾ ਘਟਣ ਵਾਲੀ ਕਿਹੜੀ ਚੀਜ਼ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਪ੍ਰਿਥਵੀ ਦਾ ਪਾਲਕ ਤੇ ਅਚਲ ਜਿਹੜਾ ਸਰੂਪ ਆ ਉਹ ਕਦੇ ਵੀ ਪ੍ਰਭੂ ਆ ਉਹ ਘਟਦਾ ਨਹੀਂ। ਬਾਕੀ ਚੀਜ਼ਾਂ ਸਾਰੀਆਂ ਨਾਸਵੰਤ ਨੇ। ਸਾਧ ਸੰਗਤ ਜੀ, ਮਹਾਰਾਜ ਅੱਗੇ ਬਚਨ ਕਰਦੇ ਹਨ। ਅਸਤਰੰਗ ਨਾਨਕ ਸਾਧ ਜਨ, ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਸ੍ਰੇਸ਼ਟ ਮਹਾਤਮ ਜਿਹੜੇ ਸੰਤ ਗੁਰਮੁਖ ਪਿਆਰੇ, ਉਸ ਦੇ ਵਿੱਚ ਜਿਹੜੇ ਲੀਨ ਨੇ ਮਹਾਂਪੁਰਖ, ਜਿਹੜੇ ਗਿਆਨੀ ਜਨ ਭਾਈ ਸਾਹਿਬ ਇਹ ਸਥਿਤ ਰੂਪ ਹਨ। ਕਹਿੰਦੇ ਉਹਨਾਂ ਦਾ ਜਿਹੜਾ ਸਿਮਰਨ ਆ ਉਹ ਬੰਦਗੀ ਹੈ, ਉਹ ਨਾਸਵੰਤ ਨਹੀਂ ਹੋਣੀ। ਨਹਿ ਵਿਲੰਬ ਧਰਮੰ ਵਿਲੰਬ ਪਾਪੰ, ਇਹਨੂੰ ਬੱਬਾ ਸ਼ਬਦ ਹੈ ਇੱਥੇ, ਇਹਨੂੰ ਬੱਬਾ ਹੀ ਉਚਾਰਨ ਕਰਨਾ, ਭੱਬਾ ਨਹੀਂ ਬੋਲਣਾ, ਵਾਵੇ ਦੀ ਆਵਾਜ਼ ਨਹੀਂ ਦੇਣੀ। ਨਹਿ ਵਿਲੰਬ ਧਰਮੰ ਵਿਲੰਬ ਪਾਪੰ, ਇਹ ਭਾਈ ਇਹ ਗੁਰਮੁਖੋ
ਧਰਮ ਪੁੰਨ ਦਾ ਜਿਹੜਾ ਕਰਮ ਕਰਨ ਲੱਗਿਆ ਕੋਈ ਦੇਰ ਨਹੀਂ ਲਾਉਣੀ ਚਾਹੀਦੀ। ਕੇਵਲ ਪਾਪ ਮਦ ਕਰਮ ਜਦੋਂ ਕਰਨੇ ਨੇ, ਝੂਠ, ਤੂਫਾਨ, ਨਿੰਦਿਆ, ਚੁਗਲੀ, ਜਿਹੜੇ ਕਰਮ ਕਰਨੇ ਨੇ ਉਹਨਾਂ ਵਿੱਚ ਦੇਰੀ ਕਰਨੀ ਚਾਹੀਦੀ ਹੈ। ਦ੍ਰਿੜੰਤ ਨਾਮੰ ਤਯੰਤ ਲੋਭੰ ਸਰਣ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮੰ ਲਖਿਆਣ। ਦ੍ਰਿੜੰਤ ਨਾਮੰ ਤਯੰਤ ਲੋਭੰ ਸਰਣ ਸੰਤੰ ਕਿਲ ਵਿਖਨਾਸੰ। ਪਰਮਾਤਮਾ ਦਾ ਨਾਮ ਦ੍ਰਿੜ ਪ੍ਰਪੱਕ ਕਰਨਾ ਚਾਹੀਦਾ ਅਤੇ ਲਾਲਚ ਵਾਲੇ ਸੁਭਾਅ ਨੂੰ ਤਿਆਗਣਾ ਕਰਨਾ ਚਾਹੀਦਾ। ਸੰਤ ਜਨਾਂ ਦੀ ਕੋਟ ਵਿੱਚ ਬੈਠ ਕੇ ਗੁਰਬਾਣੀ ਸੁਣਨੀ, ਗੁਰਬਾਣੀ ਨੂੰ ਵਿਚਾਰਨਾ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਗੁਰਬਾਣੀ ਨੂੰ ਵਿਚਾਰਨਾ, ਫਿਰ ਸਾਰੇ ਪਾਪ ਦੂਰ ਹੋ ਜਾਂਦੇ ਹਨ। ਨਾਨਕ ਜਹ ਸੋ ਪ੍ਰਸੰਨ ਮਾਧਵ ਹੈ ਪ੍ਰਾਪਤੰ ਧਰਮ ਲਖਿਆਣ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਮਾਇਆ ਜਿਹੜਾ ਪਤੀ ਹੈ ਪ੍ਰਮਾਤਮਾ ਜਿਸ ਉੱਪਰ ਭਲੀ ਪ੍ਰਕਾਰ ਖੁਸ਼ ਹੋਇਆ ਹੈ, ਉਸ ਨੂੰ ਇਹ ਉਪਰੋਕਤ ਕਥਨ ਕੀਤੇ ਨੇ ਧਰਮ ਦੇ ਜਿਹੜੇ ਚਿੰਨ੍ਹ ਪ੍ਰਾਪਤ ਹੁੰਦੇ ਨੇ। ਨਾਨਕ ਜੇ ਸੋ ਪ੍ਰਸੰਨ ਮਾਧਵ ਹੈ। ਮਹਾਰਾਜ ਕਹਿੰਦੇ ਬੜੇ ਕਰਮਾਂ ਦੇ ਨਾਲ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ, ਧਰਮ ਦੇ 10 ਚਿੰਨ੍ਹ ਪ੍ਰਾਪਤ ਹੁੰਦੇ ਨੇ। ਬਹੁਤ ਵਾਰ ਆਪਣੇ ਸਰਵਣ ਕੀਤਾ ਹੋਣਾ, ਸਮੇਂ ਦੀ ਲਿਆਕਤ ਦੇ ਮੁਤਾਬਕ ਆਪਾਂ ਨੇ ਰਹਿਣਾ ਹੈ। ਮਿਰਤ ਮੋਹੰ ਅਲਪ ਬੁੱਧਿੰ ਰਚੰਤ ਵਨਤਾ ਵਿਨੋਦ ਸਾਹੰ। ਮਿਰਤ ਮੋਹੰ ਅਲਪ ਬੁੱਧਿੰ, ਬੁੱਧਿੰ ਬੱਬੇ ਨੂੰ ਅੰਕੁਲ ਤੱਦੇ ਦੇ ਪੈਰ ਚ ਜਈਆ ਉੱਤੇ ਟਿੱਪੀ, ਤਾਂ ਇਹਦਾ ਉਚਾਰਨ ਹੋਣਾ ਸਾਧ ਸੰਗੀ ਬੱਬੇ ਨੂੰ ਔਂਕੜ ਉੱਤੇ ਆਦਿਕ ਧੱਦੇ ਨੂੰ ਸਿਹਾਰੀ ਐੜੇ ਉੱਤੇ ਟਿੱਪੀ ਬੁੱਧਿੰ। ਮਹਾਰਾਜ ਕਹਿੰਦੇ ਇਸਤਰੀ ਜਿਹੜੇ ਵਿਨੋਦ ਨੇ, ਕੌਤਕ ਨੇ, ਸਾਰਾ ਕੁਝ ਇਹਦੇ ਵਿੱਚ ਮਹਾਰਾਜ ਨੇ ਗਣਤਾ। ਮਹਾਰਾਜ ਨੇ ਵਚਨ ਕੀਤਾ ਸੀ ਨਾ, ਹਰੀ ਲਾਲ ਤੇ ਕ੍ਰਿਸ਼ਨ ਲਾਲ ਉਹਨਾਂ ਦਾ ਮੋਹ ਤੋੜਨ ਬਾਬਤ ਬਾਣੀ ਰਚੀ। ਹੇ ਹਰੀ ਲਾਲ ਕ੍ਰਿਸ਼ਨ ਲਾਲ, ਮਾਇਆ ਵਿੱਚ ਫਸਿਆ ਜੀਵ ਜਿਹੜਾ ਹੈਗਾ ਪਦਾਰਥਾਂ ਸੰਬੰਧੀਆਂ ਦੇ ਮੋਹ ਦੇ ਵਿੱਚ ਮਰਿਆ ਰਹਿੰਦਾ ਦਿਨ ਰਾਤ। ਮਾਇਆ ਆਪਣੇ ਮੋਹ ਦੇ ਵਿੱਚ ਫਸਾ ਕੇ ਜੀਵਾਂ ਨੂੰ ਆਤਮਾ ਨੂੰ ਮੌਤ ਦੇ ਘਾਟ ਉਤਾਰਦੀ ਰਹਿੰਦੀ ਆ। ਕਦੇ ਮਰ ਜਾ, ਕਦੇ ਜੰਪਾ, ਕਦੇ ਮਰ ਜਾ, ਕਦੇ ਜੰਪਾ। ਜੀਵ ਤੋਂ ਸੁਬੁੱਧੀ ਵਿਸੈਣੀ ਬੁੱਧੀ ਆ ਜਿਹੜੀ, ਇਹ ਉਹਦੇ ਚਿੱਤ ਵਾਲਾ ਵਿਸੈਣੀ ਬੁੱਧੀ ਵਾਲਾ ਹੋ ਗਿਆ ਜੀਵ। ਇਸਤਰੀ ਦੇ ਕੌਤਕਾਂ ਦੇ, ਆਪਣੀ ਇਸਤਰੀ ਦੇ ਮੋਹ ਵਿੱਚ, ਬੇਸਵਾਂ ਦੇ ਆਦਿ ਦੇ ਨਾਚ ਕੌਤਕਾਂ ਦੇ ਵਿੱਚ ਸਵਾਸ ਰਚਿਆ ਫਸਿਆ ਹੋਇਆ। ਇਹਦੇ ਵਿੱਚ ਤ੍ਰਿਸ਼ਨਾ ਨਹੀਂ ਬੁਝਦੀ ਜੀਵ ਦੀ। ਇਸਤਰੀਆਂ ਦੇ ਕੌਤਕ ਦੇਖਣ ਦੇ ਉਤਸ਼ਾਹ ਵਿੱਚ ਰਚਿਆ ਹੋਇਆ ਕਿ ਮੈਂ ਉੱਥੇ ਜਾਵਾਂ, ਕਿ ਮੈਂ ਉੱਥੇ ਜਾਵਾਂ। ਆਪਣੀ ਇਸਤਰੀ ਪਰਵਰਕਾ ਦੇ ਉੱਤੇ ਨਹੀਂ ਖੜਦਾ ਜੀਵ, ਫਿਰ ਵੀ ਮਨ ਡਿਗਰੂਲੇ ਖਾਂਦਾ ਰਹਿੰਦਾ ਹੈ। ਯੌਵਨ ਬਹਿਕ੍ਰਮ ਕਨਕ ਕੁੰਡਲ ਹੈ। ਜਵਾਨੀ ਦੀ ਅਵਸਥਾ ਜਿਹੜੀ ਪੂਰੀ, ਉਹ ਪਰਚੇ ਵਿੱਚ ਰਹਿਣਾ, ਵਿਸ਼ੇ ਵਿਕਾਰਾਂ ਦੇ ਵਿੱਚ ਪਰਚੇ ਰਹਿਣਾ। ਜਵਾਨੀ ਦੇ ਬਲ ਕਾਰਨ ਮਨ ਜਿਹੜੇ ਕਰਮ ਨੇ ਕਰਨੇ ਰਹਿਣਾ। ਸੋਨੇ ਦੇ ਕੁੰਡਲ ਤੁੰਗਲ ਕੰਨਾਂ ਵਿੱਚ ਪਹਿਨਣੇ, ਇਹ ਸਾਰਾ ਸਾਹ ਸਾਂਝੀ ਮਾਇਆ ਦਾ ਮੋਹ ਹੈ। ਇਹ ਵਿਸ਼ੇ ਵਿਕਾਰਾਂ ਦੇ ਬਸ ਦੇ ਵਿੱਚ ਫਸਿਆ ਹੋਇਆ ਜਿਹੜਾ ਜੀਵ ਹੈ, ਨਿਕਲਦਾ ਨਹੀਂ। ਇਹਨੂੰ ਪ੍ਰਮਾਤਮਾ ਹੀ ਕੱਢ ਸਕਦਾ, ਨਹੀਂ ਤਾਂ ਬੰਦਾ ਵਿੱਚ ਹੀ ਫਸਿਆ ਰਹਿੰਦਾ, ਜਿਵੇਂ ਰੇਸ਼ਮ ਦੇ ਵਿੱਚ ਕੀੜਾ ਫਸਿਆ ਹੁੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ, ਭਾਈ ਤੁਸੀਂ ਜੀਵਨ ਨੂੰ ਬਣਾਓ, ਮੋਹ ਛੱਡੋ ਸਾਰੀਆਂ ਚੀਜ਼ਾਂ ਦਾ। ਜਿਹਨੇ ਪੂਰਾ ਨਾਲ ਰਹਿਣਾ, ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰਨਾ ਕਰੋ। ਬਚਿੱਤਰ ਮੰਦਰ ਸੁਵੰਤ ਵਸਤਰਾ ਇਤਿਅੰਤ ਮਾਇਆ ਵਿਆਪਤੰ। ਅਨੇਕ ਜਿਹੜੇ ਰੰਗ ਨੇ, ਵਿਸ਼ੇਸ਼ ਕਰਕੇ ਚਿੱਤਰਕਾਰੀਆਂ ਵਾਲੇ, ਮਹੱਲ ਬਣਾਉਣੇ, ਸੋਹਣੇ ਕੱਪੜੇ ਪਹਿਨਣੇ, ਇਹ ਸਾਰੇ ਪ੍ਰਕਾਰ ਦੇ ਜੀਵਨ ਨੂੰ ਮਾਇਆ ਵਿਆਪ ਰਹੀ ਹੈ। ਮਾਇਆ ਦਾ ਪ੍ਰਭਾਵ ਹੈ, ਹੋਰ ਕੁਛ ਨਹੀਂ ਹੈ। ਹੇ ਅਚੁੱਤ ਸਰਣ ਸੰਤ ਨਾਨਕ ਓ ਭਗਵਾਨ ਏ ਨਮః। ਹੁਣ ਮਹਾਰਾਜ ਨੂੰ ਬੇਨਤੀ ਕਰੀਏ, ਮਹਾਰਾਜ ਇਸ ਮਾਇਆ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਜਾਵੇ। ਕਾਮ, ਕ੍ਰੋਧ, ਲੋਭ, ਹੰਕਾਰ
ਸੰਸਾਰ ਤੋਂ ਬਚਿਆ ਕਿਵੇਂ ਜਾਵੇ। ਸਤਿਗੁਰੂ ਜੀ ਉੱਤਰ ਦਿੰਦੇ ਨੇ, ਹੇ ਅਜੁੱਤ ਸਰਨ ਸੰਤ ਨਾਨਕ, ਓ ਭਗਵਾਨ ਏ ਨਮਹਿ। ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਹੇ ਅਗੜ ਅਟਲ ਸਰੂਪ ਪ੍ਰਭੂ ਪਰਮਾਤਮਾ ਵਾਹਿਗੁਰੂ, ਅਸੀਂ ਤੇਰੇ ਸਾਥ ਚਿਤ ਮਹਾਤਮਾ ਗੁਰਮੁਖਾਂ ਦੀ ਓਟ ਵਿੱਚ ਪਏ ਹਾਂ, ਤੇਰੇ ਤਾਂ ਹੀ ਨਮਸਕਾਰ ਕਰਦੇ ਹਾਂ। ਸਾਨੂੰ ਆਪਣੀ ਮਾਇਆ ਦੇ ਪ੍ਰਭਾਵ ਤੋਂ ਬਚਾਉਣਾ ਕਰ ਰੱਖਿਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਅੱਗੇ ਸਤਿਗੁਰੂ ਜੀ ਸੰਸਾਰ ਦੇ ਵਿੱਚ ਜਿਹੜੇ ਜੀਵ ਨੇ ਦੁੰਦਵਾਦ ਕਥਨ ਕਰਦੇ ਹਨ ਮਹਾਰਾਜ, ਜੀਵਾਂ ਦੇ ਭਲੇ ਵਾਸਤੇ ਮਹਾਰਾਜ ਦੱਸਦੇ ਨੇ, ਜਨਮੰ ਤਾਂ ਮਰਣੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਜਨਮੰ ਤਾਂ ਮਰਣੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਮਹਾਰਾਜ ਕਹਿੰਦੇ, ਹੇ ਭਾਈ, ਜੇਕਰ ਸੰਸਾਰ ਵਿੱਚ ਜਿਹੜਾ ਜੀਵ ਹੈ ਜਨਮ ਹੈ ਤਾਂ ਉਹਦੀ ਮੌਤ ਵੀ ਹੈ। ਜੇਕਰ ਪਦਾਰਥ ਆਏ ਨੇ ਤੇ ਖੁਸ਼ੀ ਹੈ ਤਾਂ ਉਹਨਾਂ ਪਦਾਰਥਾਂ ਦੇ ਨਾਸ ਹੋਏ ਦਾ ਗਮ ਵੀ ਹੈ। ਜੇਕਰ ਅਨੇਕਾਂ ਪ੍ਰਕਾਰ ਦੇ ਭੋਗ ਹਨ, ਉਹਨਾਂ ਤੋਂ ਪੈਦਾ ਹੋਣ ਵਾਲੇ ਰੋਗ ਵੀ ਹਨ। ਮਹਾਰਾਜ ਕਹਿੰਦੇ ਹਨ, ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਊਚੰ ਦੁਲੈਂਕੜੇ ਲਾ ਕੇ, ਊਚੰਗ ਨੇ ਊਚੰ ਤਾਂ ਨੀਚੰ ਨਾਨਾ ਸੋ ਮੂਚੰ। ਥੋੜੀ ਜਿਹੀ ਜੰਮ ਹਾਹੀ ਦੀ ਪੈਰ ਦੇ ਚਨਨੇ ਦੇ, ਨਾਨਾ ਸੋ ਊਚੰ ਰਾਜੰ ਤਾਂ ਮਾਨੰ ਅਪਮਾਨੰ ਤਾਂ ਹੀਨੰ। ਮਹਾਰਾਜ ਕਹਿੰਦੇ, ਜੇਕਰ ਕੋਈ ਉੱਚੀ ਪਦਵੀ ਉੱਪਰ ਹੈ ਤਾਂ ਨੀਵਾਪਨ ਵੀ ਹੈ। ਭਾਵ ਉਹਨੂੰ ਸਹਿਮ ਰਹਿੰਦਾ ਕਿਤੇ ਮੇਰੀ ਬੇਇੱਜ਼ਤੀ ਨਾ ਹੋ ਜਾਵੇ, ਮੈਂ ਕੰਗਾਲ ਨਾ ਬਣ ਜਾਵਾਂ, ਲੋਕ ਮੇਰੀ ਪ੍ਰਭੁਤਾ ਕਰਦੇ ਨੇ, ਅੱਜ ਲੋਕ ਮੇਰੇ ਕਿਤੇ ਜੁੱਤੀਆਂ ਨਾ ਮਾਰਨ, ਉਹਨੂੰ ਗਮ ਖਾਂਦਾ ਰਹਿੰਦਾ। ਜੇਕਰ ਛੋਟਾਪਨ ਹੈ ਤਾਂ ਵੱਡਾਪਨ ਵੀ ਹੈ, ਜੇਕਰ ਰਾਜ ਹੈ ਭਾਗ ਹੈ ਤਾਂ ਹੰਕਾਰ ਨਾਲ ਵੀ ਹੈ, ਉਹਦੇ ਅੰਦਰ ਈਗੋ ਵੀ ਹੈ। ਜੇਕਰ ਹੰਕਾਰ ਹੈ ਤਾਂ ਰਾਜ ਭਾਗ ਤੋਂ ਹੀਣ ਹੋਣਾ ਵੀ ਪੈਂਦਾ ਹੈ। ਆਖੋ ਸਤਨਾਮ। ਇਸ ਵਾਸਤੇ ਜੇ ਕਿਸੇ ਕੋਲ ਭਾਈ ਵਾਹਿਗੁਰੂ ਦੀ ਕਿਰਪਾ ਨਾਲ ਪਦਾਰਥ ਮਿਲ ਜਾਣ, ਉਹਨੂੰ ਪੈਰ ਨਹੀਂ ਛੱਡਣੇ ਚਾਹੀਦੇ, ਪਰਮਾਤਮਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਪਰ ਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਮਹਾਰਾਜ ਕਹਿੰਦੇ, ਮਾਇਆ ਦੀ ਜਿਹੜੀ ਪ੍ਰਵਿਰਤੀ ਦੇ ਰਾਸਤੇ ਨੇ ਅਤਿਅੰਤ ਕਰਕੇ ਵਰਤਣ ਵਾਲਾ ਜੀਵ ਨਾਸ ਹੋ ਜਾਂਦਾ ਹੈ। ਗੋਵਿੰਦ ਭਜਨ ਸਾਧ ਸੰਗੇਣ ਅਸਤਰੰ ਨਾਨਕ ਭਗਵੰਤ ਭਜਨਾਸਨੰ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰਾ ਕੁਝ ਸੁੰਦਰ ਦੱਸਦੇ ਨੇ। ਭਜ ਆਸਨੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਹੁਤ ਥਾਂ ਦੇ ਤੋਂ ਸਮਝਾਉਣਾ ਕਰਦੇ ਨੇ। ਕਹਿੰਦੇ, ਗੁਰਮੁਖਾਂ ਦੀ ਸੰਗਤ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਉਹ ਅਸਤਿਤ ਹੁੰਦੇ ਰਹਿੰਦੇ ਹਨ। ਸਾਧੂਆਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ ਮਿਲ ਕੇ ਪ੍ਰਭੂ ਦੇ ਗੁਣ ਨੂੰ ਭਜਨ ਕਰਨਾ ਚਾਹੀਦਾ। ਸਾਧ ਸੰਗਤ ਜੀ ਇਹੀ ਨਾਲ ਜਾਣਾ, ਬਾਕੀ ਸਾਰੇ ਪਦਾਰਥ ਕਰਮ ਧਰਮ ਸਾਰਾ ਕੁਝ ਇੱਥੇ ਰਹਿ ਜਾਣਾ। ਇਸ ਵਾਸਤੇ ਨਾਮ ਜਪੋ ਭਾਈ। ਦੇਖੋ ਸੰਸਾਰ ਦੇ ਵਿੱਚ ਕਿੰਨਾ ਕੁਝ ਚੱਲ ਰਿਹਾ। ਅੱਜ ਵਰਲਡ ਦੇ ਵਿੱਚ ਪ੍ਰਕੋਪ ਚੱਲ ਰਿਹਾ, ਜਿਹੜਾ ਕਰੋਨਾ ਵਾਇਰਸ ਦਾ, ਨੋਵਲ ਕਰੋਨਾ ਵਾਇਰਸ 19 ਕੋਵਿਡ ਨਾਂ ਦੀ ਜਿਹੜੀ ਬਿਮਾਰੀ ਹੈ। ਹੁਣ ਦੇਖੋ ਇਹਦਾ ਪ੍ਰਕੋਪ ਭਾਰਤ ਦੇ ਵਿੱਚ ਵੀ ਵੱਧਦਾ ਜਾ ਰਿਹਾ ਦਿਨੋਂ ਦਿਨ। ਸੋ ਸਤਿਗੁਰਾਂ ਦੀ ਅਰਦਾਸ ਕਰੀਏ ਤੇ ਆਪਣੇ ਆਪ ਨੂੰ ਅਵੇਅਰ ਕਰੀਏ, ਸਾਧ ਸੰਗਤ ਜੀ ਦੂਜਿਆਂ ਨੂੰ ਅਵੇਅਰਨੈਸ ਕਰੀਏ। ਜੋ ਗਵਰਨਮੈਂਟ ਦੇ ਰੂਲ ਨੇ ਉਹਨਾਂ ਨੂੰ ਫੋਲੋ ਕਰੀਏ। ਮਹਾਰਾਜ ਸਾਨੂੰ ਇਹੀ ਕਹਿੰਦੇ ਨੇ, ਭਾਈ ਸਾਰਾ ਕੁਝ ਨਾਸਵੰਤ ਹੈ, ਤੁਸੀਂ ਸਿਮਰਨ ਕਰੋ, ਬਾਣੀ ਜਪੋ। ਇਸ ਵਾਸਤੇ ਬੇਨਤੀ ਆਪ ਜੀ ਨੂੰ ਸਭ ਨੂੰ ਘਰਾਂ ਦੇ ਵਿੱਚ ਸਾਧ ਸੰਗਤ ਜੀ ਪੋਥੀਆਂ ਦੇ ਉੱਤੇ ਸਹਿਜ ਪਾਠ ਆਰੰਭ ਕਰੋ, ਸਹਿਜ ਪਾਠ ਕਰੋ, ਗੁਰਬਾਣੀ ਦੇ ਨਾਲ ਗੱਲਾਂ ਕਰੋ, ਤੁਹਾਨੂੰ ਆਪਣੇ ਆਪ ਹੀ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ। ਰੱਬੀ ਰੂਹਾਨੀ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਣੀ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਹਾ ਪ੍ਰਾਪਤ ਕੀਤਾ ਤੇ ਕਰ ਰਹੇ ਹੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।